ਕੀਤਾ। ਇੱਦਾਂ ਹੀ ਬਹੁਤ ਸਾਰੇ ਹਸਪੀਟਲਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਕੇ ਮੈਨੂੰ ਮਿਲੇ ਕਿ ਅਸੀਂ ਦਾਨ ਦੇਣਾ ਚਾਹੁੰਦੇ ਹਾਂ। ਤਾਂ ਪਬਲਿਕ ਪਾਰਟਿਸਿਪੇਸ਼ਨ ਪਹਿਲੀ ਵਾਰੀ ਚੰਗੀ ਗੱਲ ਹੈ ਤੇ ਮੈਨੂੰ ਲੱਗਦਾ ਹੈ ਜਿਹੜਾ ਟਰਸਟ ਗਠਨ ਹੋਇਆ ਮਾਨ ਸਾਹਿਬ ਦੇ ਦੇਖ ਰੇਖ ਦੇ ਹੇਠ ਤੇ ਇਸ ਟਰਸਟ ਦੇ ਉੱਤੇ ਪੰਜਾਬੀ ਆਪਣਾ ਟਰਸਟ ਦਿਖਾਉਣਗੇ ਤੇ ਸਾਡੇ ਸਕੂਲ ਤੇ ਸਾਡੇ ਮੁਹੱਲਾ ਕਲੀਨਿਕ ਬਹੁਤ ਸ਼ਾਨਦਾਰ ਬਣਨਗੇ। ਇਸ ਤੋਂ ਇਲਾਵਾ ਜੀ ਹੋਰ ਵੀ ਬਹੁਤ ਸਾਰੇ ਫੈਸਲੇ ਹੋਏ ਆ। 23 ਕੈਦੀਆਂ ਨੂੰ ਹਰ ਕੈਬਨਿਟ ਦੇ ਵਿੱਚ ਅਸੀਂ ਕੈਦੀਆਂ ਦੀ ਰਿਹਾਈ ਦੇ ਉੱਤੇ ਪਿਛਲੀ ਕੈਬਨਿਟ ਦੇ ਵਿੱਚ ਵੀ 15 ਅਗਸਤ ਤੇ ਛੱਡੇ ਸੀ। 23 ਹੋਰ ਕੈਦੀ ਜਿਹੜੇ ਆ 15 ਅਗਸਤ ਦੇ ਉੱਤੇ ਉਹਨਾਂ ਨੂੰ ਰਮਿਸ਼ਨ ਦੇ ਕੇ ਉਹਨਾਂ ਨੂੰ ਮਾਨ ਸਰਕਾਰ ਛੱਡਣ ਜਾ ਰਹੀ ਹੈ ਜੀ। ਟੋਟਲ 23 ਅੱਜ ਦੀ ਕੈਬਨਿਟ 23 ਹੋਇਆ ਜੀ। ਪਿਛਲੀ ਵਾਰੀ 100 ਸੀ ਤੇ ਹਰ ਵਾਰੀ ਅਲੱਗ-ਅਲੱਗ ਸੰਖਿਆ ਹੁੰਦੀ ਹੈ ਜੀ। ਤੇ ਇਸ ਤੋਂ ਇਲਾਵਾ ਜੀ ਜਿਵੇਂ ਸਾਡਾ ਇਹ ਪੋਲ ਪ੍ਰੋਮਿਸ ਵੀ ਸੀ ਤੇ ਖੁਦ ਮੇਰਾ ਵੀ ਇੱਕ ਪੁਰਜ਼ੋਰ ਕੋਸ਼ਿਸ਼ ਹੈ ਕਿ ਅਸੀਂ ਮਾਈਨਿੰਗ ਜਿਹੜਾ ਇੰਡਸਟਰੀ ਹੈ ਉਸ ਨੂੰ ਸਾਫ਼ ਸੁਥਰਾ ਬਣਾਉਣਾ ਤੇ ਜਿੰਨੀ ਮਾਈਨਿੰਗ ਇੰਡਸਟਰੀ ਸਾਫ਼ ਸੁਥਰੀ ਬਣੂਗੀ ਉਨਾ ਮਾਫੀਆ ਦਾ ਖਾਤਮਾ ਆਪਣੇ ਆਪ ਹੁੰਦਾ ਜਾਊਗਾ। ਪਿੱਛੇ ਜੇ ਵੀ ਤੁਹਾਡੇ ਆਪ ਸਭ ਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਇਸ ਵਾਰੀ ਅਸੀਂ 2.5 ਗੁਣਾ ਵੱਧ ਲੀਗਲ ਮਾਈਨਿੰਗ ਕੀਤੀ ਹੈ। ਲੋਕ ਪੁੱਛਦੇ ਆ ਕਿ ਅੱਛਾ ਜੀ ਫਿਰ ਰੇਟ ਕਿਉਂ ਨਹੀਂ ਘੱਟ ਆਏ, ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਇਲੀਗਲ ਮਾਈਨਿੰਗ ਦੀ ਸੰਖਿਆ ਬਹੁਤ ਜ਼ਿਆਦਾ ਸੀ। ਪਿਛਲੇ ਸਾਲ ਸਰਕਾਰੀ ਐਵਰੇਜ 25 ਤੋਂ 40 ਹਜ਼ਾਰ ਮੈਟ੍ਰਿਕ ਟਨ ਦੇ ਵਿੱਚ ਹੁੰਦੀ ਸੀ। ਅਸੀਂ ਲਗਾਤਾਰ 2 ਮਹੀਨੇ ਕੇ ਲਈ ਹੁਣ ਬਰਸਾਤਾਂ 1.5 ਮਹੀਨੇ ਤੋਂ ਮਾਈਨਿੰਗ ਬੰਦ ਹੈ ਪਰ 1 ਲੱਖ ਮੈਟ੍ਰਿਕ ਟਨ ਸਾਡੀ ਐਵਰੇਜ ਸੀਗੀ ਵਿਚ ਇਜ਼ ਮੋਰ ਦੈਨ 2.5 ਟਾਈਮਸ। ਇਸ ਦੇ ਇਲਾਵਾ ਬਹੁਤ ਸਾਰੇ ਸਸਪੈਂਸ਼ਨਸ, ਬਹੁਤ ਸਾਰੇ FIRs ਤੇ ਹੋਰ ਵੀ ਬਹੁਤ ਸਾਰੇ ਮੇਜਰਸ ਹੈ। ਪਰ ਅੱਜ ਇੱਕ ਨਵੀਂ ਪਾਲਿਸੀ ਤੇ ਇੱਕ ਅਮੈਂਡਮੈਂਟ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ 20 ਸਾਲਾਂ ਤੋਂ ਬਾਅਦ ਕਿ ਇੱਕ DSR ਹੋ ਰਿਹਾ, ਡਿਸਟ੍ਰਿਕਟ ਸਰਵੇ ਰਿਪੋਰਟ। DSR ਬਹੁਤ ਜ਼ਰੂਰੀ ਹੁੰਦੀ ਹੈ ਅਗਰ ਕਿਸੇ ਸਟੇਟ ਨੇ ਮਾਈਨਿੰਗ ਕਰਨੀ ਹੈ, ਪਰ ਸਾਡੀ ਸਮਝ ਤੋਂ ਬਾਹਰ ਹੈ ਕਿ ਪਿਛਲੀਆਂ ਸਰਕਾਰਾਂ ਨੇ ਕਰਾਈਆਂ ਕਿਉਂ ਨਹੀਂ। DSR ਮਤਲਬ ਹੁੰਦਾ ਡਿਸਟ੍ਰਿਕਟ ਸਰਵੇ ਰਿਪੋਰਟ ਹਰ ਜ਼ਿਲ੍ਹੇ ਦੀ ਹੋਊਗੀ। ਉਹਦੇ ਵਿੱਚ ਪ੍ਰੀ ਮੌਨਸੂਨ ਤੇ ਪੋਸਟ ਮੌਨਸੂਨ ਡਾਟਾ ਲਿਆ ਜਾਂਦਾ ਹੈ। ਥਰਡ ਪਾਰਟੀ ਤੋਂ ਕਰਵਾ ਰਹੇ ਹਾਂ, ਇੰਡੀਪੈਂਡੈਂਟ ਤੇ ਬੈਸਟ। ਉਹ ਦੱਸਣਗੇ DSR ਤੋਂ ਬਾਅਦ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਕਿਹੜੇ-ਕਿਹੜੇ ਹਿੱਸਿਆਂ 'ਚ ਮਾਈਨਿੰਗ ਹੋ ਸਕਦੀ ਜਿਸ ਦੇ ਨਾਲ ਵਾਤਾਵਰਣ ਨੂੰ ਕੋਈ ਵੀ ਨੁਕਸਾਨ ਨਾ ਮਿਲੇ। ਤੇ ਜਦੋਂ DSR ਹੋਈ ਹੋਊਗੀ ਤਾਂ ਇਨਵਾਇਰਨਮੈਂਟਲ ਕਲੀਅਰੈਂਸ ਉਸੇ ਵਕਤ ਮਿਲਣਗੇ। ਕੋਈ NGT, ਕੋਈ SIA, ਕੋਈ ਪੰਜਾਬ ਦੀ ਮਾਈਨਿੰਗ ਤੇ ਸਵਾਲ ਨਹੀਂ ਚੁੱਕੂਗਾ। ਇਹ ਇੱਕ ਬਹੁਤ ਵੱਡਾ ਸਾਡੀ ਸਰਕਾਰ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਸਾਹਿਬ ਦਾ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ। ਦੂਜੀ ਗੱਲ ਜੀ, ਰੇਤਾ ਤੇ ਬਜਰੀ 70% ਸਪਲਾਈ ਆਮ ਲੋਕਾਂ ਨੂੰ ਜਿਹੜੀ ਰੇਤੇ ਤੇ ਬਜਰੀ ਦੀ ਹੁੰਦੀ ਹੈ ਉਹ ਕ੍ਰਸ਼ਰਾਂ ਤੋਂ ਹੁੰਦੀ ਹੈ ਤੇ ਕ੍ਰਸ਼ਰਾਂ ਦੇ ਉੱਤੇ ਅੱਜ ਤੱਕ ਹੈਰਾਨੀ ਨਾਲ ਕੋਈ ਪਾਲਿਸੀ ਬਣੀ ਨਹੀਂ ਸੀ ਜੀ। ਕੋਈ ਵੀ ਤਾਕਤਵਰ ਵਿਅਕਤੀ ਹੋਵੇ ਜਿਸ ਦੀ ਸਰਕਾਰੀ ਦਰਬਾਰੇ ਪਹੁੰਚ ਹੋਵੇ, ਫਲਾਣੇ ਦਾ ਭਤੀਜਾ ਹੈ, ਫਲਾਣੇ ਦਾ ਜਵਾਈ ਹੈ, ਫਲਾਣੇ ਦਾ ਮੁੰਡਾ ਹੈ, ਉੱਥੇ ਲੱਗਾ, ਉਹ ਚੱਕ ਕੇ ਕ੍ਰਸ਼ਰ ਲਾ ਸਕਦਾ ਸੀ ਤੇ ਕ੍ਰਸ਼ਰ ਦੇ ਨਾਲ ਜਿਹੜੀ ਮਰਜ਼ੀ ਜ਼ਮੀਨ ਪੁੱਟ ਸਕਦਾ ਸੀ। 10,000 ਰੁਪਇਆ ਇੱਕ ਕ੍ਰਸ਼ਰ ਦੀ ਰਜਿਸਟ੍ਰੇਸ਼ਨ ਫੀਸ ਸੀ ਬਸ, ਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਸੀ। ਬਹੁਤ ਸਾਰੇ ਕ੍ਰਸ਼ਰ ਵਾਲੇ ਹਾਲ ਹੀ ਦੇ ਵਿੱਚ ਸਾਨੂੰ ਆ ਕੇ ਮਿਲੇ, ਸਰਕਾਰੀ ਮੀਟਿੰਗਾਂ ਵੀ ਲਈਆਂ ਸੀ ਤੇ ਬਹੁਤ ਸਾਰੇ ਕ੍ਰਸ਼ਰ ਵਾਲੇ ਇਮਾਨਦਾਰ ਵੀ ਨੇ। ਇੱਕ ਤਾਂ ਮਾਫੀਆ ਹੋ ਗਿਆ ਪਰ ਕਿਸ਼ ਇੰਡਸਟਰੀ ਵੀ ਹੈ, ਕਿਉਂਕਿ ਇੱਕ ਇੰਡਸਟਰੀ ਹੈ। ਉਹ ਆ ਕੇ ਕਹਿੰਦੇ ਸੀ ਕਿ ਕਹਿੰਦੇ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਇੱਕ ਤਰੀਕੇ ਨਾਲ ਚੋਰ ਬਣਾ ਦਿੱਤਾ ਗਿਆ। ਜਦੋਂ ਮਰਜ਼ੀ ਕੋਈ ਵੀ ਪੁਲਿਸ ਵਾਲਾ ਆ ਜਾਂਦਾ, ਕੋਈ ਵੀ ਆ ਜਾਂਦਾ ਤੇ ਸਾਡੇ ਤੋਂ ਗੁੰਡਾ ਪਰਚੀ, ਜਿਹਨੂੰ ਆਪਾਂ ਆਮ ਸੁਣਦੇ ਸੀ, ਉਹ ਕ੍ਰਸ਼ਰ ਵਾਲਿਆਂ ਤੋਂ ਗੁੰਡਾ ਪਰਚੀ ਵਸੂਲੀ ਜਾਂਦੀ ਸੀ। ਤਾਂ ਇੱਕ ਪਹਿਲੀ ਵਾਰੀ ਹੋ ਰਿਹਾ ਕਿ ਅਸੀਂ ਇਸ ਵਾਰੀ ਕ੍ਰਸ਼ਰ ਪਾਲਿਸੀ ਲੈ ਕੇ ਆਏ ਹਾਂ ਜੋ ਅੱਜ ਪੰਜਾਬ ਦੀ ਕੈਬਨਿਟ ਨੇ ਅਪਰੂਵ ਕਰ ਦਿੱਤੀ ਹੈ। ਕ੍ਰਸ਼ਰ ਪਾਲਿਸੀ ਦੇ ਜੋ ਮੁੱਖ ਬਿੰਦੂ ਹੋਣਗੇ ਉਹ ਇਹ ਹੈ ਜੀ, ਇੱਕ ਤਾਂ ਕ੍ਰਸ਼ਰ ਵਾਲੇ ਖੁਦ ਆਪਣੀ ਜ਼ਮੀਨ 5 ਹੈਕਟੇਅਰ ਦੇ ਹਿਸਾਬ ਦੇ ਨਾਲ ਲੈ ਸਕਦੇ ਆ, ਲੀਜ਼ ਤੇ ਲੈ ਸਕਦੇ ਆ ਜੀ, ਜਾਂ 5 ਹੈਕਟੇਅਰ ਜਾਂ 5 ਹੈਕਟੇਅਰ ਦੇ ਮਲਟੀਪਲ। ਇਹ ਪਹਿਲੀ ਵਾਰੀ ਹੋ ਰਿਹਾ। ਇਸ ਦਾ ਮਤਲਬ ਇਹ ਹੋਊਗਾ, ਤੇ ਜ਼ਰੂਰੀ ਨਹੀਂ ਅਗਰ ਕੋਈ ਕ੍ਰਸ਼ਰ ਵਾਲਾ ਲੈਣ ਵਾਲਾ ਚਾਵੇ ਤਾਂ ਉਹ ਲੈ ਸਕਦਾ। ਇਸ ਦਾ ਮਤਲਬ ਇਹ ਹੈ ਕਿ ਉਹਨੂੰ ਠੇਕੇਦਾਰ ਦੇ ਉੱਤੇ ਨਿਰਭਰ ਨਹੀਂ ਰਹਿਣਾ ਪਊਗਾ। ਦੂਜੀ ਗੱਲ ਜੀ, ਜਿਹੜਾ ਉਹਦੇ ਵਿੱਚ ਮੇਨ ਕੀਤਾ ਗਿਆ, ਇੱਕ ਕਿਉਂਕਿ ਕ੍ਰਸ਼ਰ ਸਾਡੇ ਵਾਤਾਵਰਣ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਡੂੰਘੇ ਹੋਏ ਆ, ਪਹਾੜਾਂ ਦੇ ਉੱਤੇ ਬਹੁਤ ਕੁਝ ਹੋਇਆ। ਤਾਂ ਪਿਛਲੇ ਸਮੇਂ ਦੇ ਵਿੱਚ ਇਲੀਗਲ ਮਾਈਨਿੰਗ ਕਰਕੇ ਵਾਤਾਵਰਣ ਦੇ ਉੱਤੇ ਬਹੁਤ ਕੁਝ ਹੋਇਆ। ਤਾਂ ਅਸੀਂ ਇੱਕ ਨਵਾਂ ਫੰਡ ਪ੍ਰਪੋਜ਼ ਕੀਤਾ। ਹਰ ਕ੍ਰਸ਼ਰ ਵਾਲੇ ਨੂੰ 1 ਰੁਪਿਆ ਕਿਊਬਿਕ ਫਿਟ। ਹੁਣ ਤੱਕ ਕ੍ਰਸ਼ਰ ਵਾਲਾ ਸਿਰਫ 10, ਜਿਵੇਂ ਮੈਂ ਦੱਸਿਆ, ਸਿਰਫ 10,000 ਰੁਪਏ ਦਿੰਦਾ ਸੀ। ਉਸ ਤੋਂ ਇਲਾਵਾ ਸਿਰਫ ਪੈਸੇ ਬਹੁਤ ਦਿੰਦਾ ਸੀ, ਹਰ ਕਿਸੇ ਨੂੰ ਮਹੀਨਾ ਜਾਂਦਾ ਸੀਗਾ, ਗੁੰਡਾ ਪਰਚੀ ਜਾਂਦੀ ਸੀ, ਪਰ ਸਰਕਾਰ ਦੇ ਖਾਤੇ ਸਿਰਫ 10,000 ਰੁਪਏ ਇੱਕ ਵਾਰੀ, ਹੋਰ ਸਰਕਾਰ ਨੂੰ ਕੁਝ ਨਹੀਂ ਮਿਲਦਾ ਸੀ। ਤਾਂ 1 ਰੁਪਿਆ ਕਿਊਬਿਕ ਫਿਟ ਇਨਵਾਇਰਨਮੈਂਟ ਫੰਡ ਅਸੀਂ ਇੰਪੋਜ਼ ਕੀਤਾ, ਜਿਸ ਦੇ ਨਾਲ ਸਿਰਫ
क्रशर्स तो सानू पंजाब दी सरकार नू, पंजाब दी आवाम नू, पंजाब दे जनता नू 225 करोड़ रुपया आऊगा 1 रुपये क्यूबिक फिट। तो इस पैसे की जिहड़ी वरतों है वो जिथे बाकी विकास के कामां लई, लोक भलाई के कामां लई हो गई, उत्थे उहदे च कुछ पैसा वातावरण की स्टडी करन दे लई, पानी क्यों डूंघे होए, इन्हां चीज़ों के उत्ते खर्च होगा। तो एक होर जिहड़ा प्रपोजल कर दिता गया वो है जिहड़ी जमीन है वो 3 साल ही होगी, 1 साल ही होर रिन्यू हो सकती है, पर जदों उत्थे माइनिंग होगी तो उस क्रशर आले की रिस्पोंसिबिलिटी होगी उसनूं सारी नूं प्लांटेशन करना, ताकि अपना वातावरण ठीक हो। अगर उत्थे नहीं तो 19 बराबर जमीन किते होर हो, प्लांटेशन इज मस्ट। इस तो इलावा जी जिहड़ी रजिस्ट्रेशन फीस 10,000 सीगा, 10,000 सी उन्होंने वधा के 1 लाख रुपया कर दिता गया। तो इस तो इलावा 3 लाख रुपए तो लैके 5 लाख रुपया, 3 लाख तो लैके 5 लाख रुपया एक क्रशर वाले नूं सिक्योरिटी डिपेंडिंग अपॉन इट्स साइज़ एंड कैपेसिटी, उसनूं सिक्योरिटी पंजाब सरकार ते माइनिंग विभाग को देनी पऊगी, ताकि अगर कल नूं कोई भी गलत काम करदा तो असीं उसकी सिक्योरिटी जब्त करिए। क्रशर वाले उत्ते कोई देख रेख नहीं सी, क्रशर वाले हर क्रशर के उत्ते वे ब्रिज क्रशर वाले लाणगे जी। वो जिहड़ा वे ब्रिज है, वो जिहड़ा कंढा है, वो पंजाब सरकार माइनिंग विभाग के पोर्टल के नाल डायरैक्टली लिंक्ड होगा। हर क्रशर वाले नूं हर महीने जिवें आपां बाकी ज़्यादा रिटर्नस जांदियां, रिटर्नस भरनियां पैणगियां। जिन्ना माल आया उन्हें दसना पऊगा कित्थों आया सी, रॉ मटीरियल वो अपनी साइट सी, ठेकेदार तो लिया, किसी होर स्टेट तो लिया, तो किन्ने दी रिटर्न भरी है। इलैक्ट्रिसिटी मीटर के नाल उसका असी चैक करांगे, अगर इनपुट घट है तो आउटपुट ज़्यादा है तो उसकी उन्होंने जिहड़े है पेनल्टी माइनिंग विभाग नूं देने पैणे। ये सारे मेजर्स के नाल जिहड़ा है लोकां नूं कि हजे भी बार बार मेजर्स लैण तो बहुत महंगा रेता बजरी मिल रहा सी, लोकां नूं काफ़ी किफायती रेट के उत्ते रेता ते बजरी मिलूगी। इस तो इलावा जिहड़ी एग्जिस्टिंग माइनिंग पॉलिसी चल रही है उस माइनिंग पॉलिसी दे विच कुछ चेंजिस किए गए हैं। एक तो जिहड़ा सब तो वड्डा मैनूं लगदा है चेंज जो किया गया वो सीगा, जो दिक्कत बतौर माइनिंग मंत्री मैनूं देखण नूं आ रही सी कि कहंदे कहंदे पिछली सरकार जांदे जांदे 2 काम कर गई, जिहड़े कहण नूं तां बहुत वड्डे लोक पक्षी सीगे जी, बोर्ड ला दिते, बड़ी इश्तिहारबाजी हुई, पर जमीन ते कुछ नहीं होया, उल्टा नुकसान होया। एक काम ये सी, कहंदे जी 9 रुपए तो जिहड़ा है रेता 5.5 रुपए फिट करता, 5.5 रुपए किसी नूं भी कदे भी रेता मिलिया ही नहीं। होया की जी, जदों असीं फाइलां देखियां तो साडे पैरां हेठों जमीन निकल गई। 9 रुपए चों 5.5 रुपए करन दे लई पंजाब सरकार दी रॉयल्टी जो पहला 2 रुपए 40 पैसे सी, वो घटा के 70 पैसे करती। ठेकेदारां दा मार्जन थोड़ा जिहा घटाया, सिर्फ यानी जेड़ा 3.5 रुपए घटाए उहदे विचों 2.5 रुपए पंजाब सरकार दे घटा दिते, पंजाब रेवेन्यू घटा दिता। इस करके अच्छा फायदा किहनूं पहुंचाया? ठेकेदारां नूं। लोकां नूं तां भी रेता महंगे रेट ते मिलिया, किसी नूं भी 5.5 रुपए ना अज मिल रहा, जिहड़े ठेकेदार इदां दे करप्शन कर रहे हैं। इस करके हुण जिहड़ा दोबारा जिहड़ा रेट है वो 9 रुपए क्यूबिक फिट कर दिता गया है जी। पंजाब सरकार की रॉयल्टी 2 रुपए 40 पैसे जो नवंबर तो पहला सी, ते तां कि हुण वो 9 रुपए ही मिले, अगर किसी ने सिर्फ रेता लेना 9 रुपए ही मिले, उस दे विच एक नवा चेंज किया गया कि हुण उत्थे ठेकेदार दे बंदे नहीं बैठणगे, उत्थे माइनिंग विभाग अपने अधिकारी बिठाऊगा ते वो पैसे कलैक्ट करनगे, ते जो ठेकेदार दा हिस्सा होगा वो ठेकेदार नूं, जो जमीन मालिक दा हिस्सा होगा वो जमीन दे मालिक नूं, ते जो पंजाब सरकार दा असीं रख लांगे, ताकि उस जिहड़ी साइटां ने उत्थे वाकई 9 रुपए दे फुट दे हिसाब नाल रेता मिल सके। एक बहुत वड्डा चेंज है। इस तो इलावा एक होर जिहड़ा कहंदे जी मिट्टी मुफ्त करती, इन्ना वड्डा धोखा पंजाब दे नाल कहण नूं तुसीं 2 किले दे विच 3 फुट तक मिट्टी मुफ्त चक सकदे हो। वो जिहड़ा नोटिफिकेशन सीगा उस नोटिफिकेशन 'च लिखिया गया कि मिट्टी मुफ्त करती, पर एक चीज लिखती कि अगर तां है 3 फुट ते 2 अपना 3 फुट ते 2 1 किला जे तुसीं मैनुअल करदे हो। हुण ये दसो जी, कोई बंदा अगर किसी ने टिप्पर भरना वो मिट्टी मैनुअल कहियां नाल अज दे हालातां 'च किवें पॉसीबल है? उस दे नाल की होया, अगर कोई गरीब साडा जिमीदार आम घर दा अगर वो जांदा सी मिट्टी चक्कण तो उत्थे मीडिया के साथी भी पहुंच जाते सी, क्योंकि तुसीं अपनी जगह सही हो, तुसीं कहा जी नोटिफिकेशन तो मैनुअल लिखिया, तो अगर वो JCB नाल अपने घर दे लई भरदा सी अपनी ट्राली ते वो मीडिया खबर चलांदा सी, पुलिस परचा दे दिंदी सी। बहुत सारे नजायज़ बंदे, तुसीं भी कहा कि कई बारी जे वो परचे जिहड़े हो गए, असीं वो बदलाव करता। अगर किसी ने भी अपने घर की भरत लई मिट्टी चाहिदी है
ਤਾਂ ਉਹ JCB ਜਾਂ ਮਸ਼ੀਨਸ ਕੈਨ ਬੀ ਯੂਜ਼ਡ, ਉਹਦੇ 'ਚ ਕੋਈ ਪੈਸਾ 1 ਰੁਪਏ ਦੀ ਫੀਸ ਨਹੀਂ ਲੱਗੂਗੀ। ਸਿਰਫ ਇੱਕ ਚੀਜ਼ ਹੈ, ਕਿਉਂਕਿ ਇਹ ਨਾ ਹੋਵੇ ਕਿ ਮਿੱਟੀ ਦੀ ਆੜ 'ਚ ਇਲੀਗਲ ਮਾਈਨਿੰਗ ਸ਼ੁਰੂ ਹੋ ਜਾਵੇ, ਉਹਨੂੰ ਪਰਮਿਸ਼ਨ ਲੈਣੀ ਪੈਣੀ ਹੈ। ਪਰਮਿਸ਼ਨ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਸੌਖਾ ਕਰ ਦਾਂਗੇ, ਕਿਉਂਕਿ ਅਸੀਂ ਇੱਕ ਪ੍ਰਪੋਜ਼ਲ ਲਿਖਿਆ ਸੀ ਤਾਂ ਮਾਨ ਸਾਹਿਬ ਕਹਿੰਦੇ ਨੂੰ ਹੋਰ ਸੌਖਾ ਕਰੋ ਤਾਂ ਕਿ ਲੋਕ ਬਿਲਕੁਲ ਸੌਖਾ ਕਰ ਦਿਓ। ਸਾਡੇ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ ਤਾਂ ਉੱਤੇ ਮਾਈਨਿੰਗ ਵਿਭਾਗ ਆਪਣਾ ਕੰਮ ਕਰਕੇ 2-3 ਦਿਨ 'ਚ ਹੀ, ਅਗਰ ਕਿਸੇ ਨੇ ਵੀ ਆਪਣੇ ਘਰ ਦੇ ਲਈ, ਆਪਣੇ ਮਕਾਨ ਦੇ ਲਈ ਭਰਤ ਪਾਣੀ ਹੈ, ਮਿੱਟੀ ਲੈਣੀ ਹੈ ਤਾਂ ਉਹਨੂੰ JCB ਨਾਲ ਉਹਨੂੰ ਕੋਈ ਰੋਕ ਨਹੀਂ, ਬਸ ਉਹਨੂੰ ਇੱਕ ਸਿੰਪਲ ਜੀ ਪਰਮਿਸ਼ਨ ਬਿਨਾਂ ਕਿਸੇ ਫੀਸ ਤੋਂ ਸਾਡੇ ਤੋਂ ਲੈਣੀ ਹੋਊਗੀ, ਉਹ ਦੱਸ ਦਾਂਗੇ ਜੀ। ਤੇ ਇਹ ਕੁਝ ਜਿਹੜੇ ਲੋਕ ਪੱਖੀ ਚੇਂਜਸ ਕੀਤੇ ਗਏ ਆ, ਉਹ ਨਹੀਂ ਜੀ 3 ਫੁੱਟ ਤੇ 2 ਮੈਨੂਅਲ ਤੋਂ ਕਰਤਾ, ਕਿਉਂਕਿ ਪਹਿਲਾਂ ਸ਼ਰਾਰਤ ਸੀ ਮੈਨੂਅਲ। ETT ਜਿਹੜੇ ਟੀਚਰਸ ਨੇ, ਜਿਹੜਾ ਐਗਜ਼ਾਮੀਨੇਸ਼ਨ ਹੁੰਦਾ ਇਸ ਦੇ ਉੱਪਰ ਏਜ ਰਿਲੈਕਸੇਸ਼ਨ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਉਹਦੇ ਉੱਤੇ ਕੋਈ ਚਰਚਾ ਹੋਈ? ਉੱਤੇ ਵੀ ਚਰਚਾ ਹੋਈ ਜੀ, ਬਹੁਤ ਕੁਝ ਕਰਾਂਗੇ। ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਿੱਖਿਆ ਵਿਭਾਗ ਦੇ ਵਿੱਚ ਨਵੀਂ ਭਰਤੀਆਂ ਤੇ ਬਹੁਤ ਸਾਰੇ ਚੇਂਜਸ ਹੋ ਰਹੇ ਕੁਝ ਲੀਗਲ ਉਹਦੇ ਵਿੱਚ ਵੀ ਅੜਚਣਾਂ ਨੇ ਕੀ ਕਰਾਂਗੇ, ਜੋ ਵੀ ਉਹਦੇ 'ਚ ਕਾਫੀ ਡਿਸਕਸ਼ਨ ਹੋਈ ਹੈ ਦੂਰ ਕਰਾਂਗੇ, ਉਹਨਾਂ ਨੂੰ ਮਿਲਾਂਗੇ, ਸਾਥੀਆਂ ਨੂੰ ਦੂਰ ਕਰਾਂਗੇ। ਜਿਹੜਾ ਕ੍ਰੈਸ਼ਰ ਦਾ ਰੇਟ ਹੈ ਇਸ ਟਾਈਮ ਟਿੱਪਰ ਹੈ 14000 ਰੁਪਏ ਦਾ, ਇਸ ਟਾਈਮ ਵਿਕ ਰਿਹਾ 14 ਦਾ, ਠੋਗੀ ਸਰਾਰਾਂ ਤੋਂ ਪਹਿਲਾਂ 7000 ਦਾ ਸੀ। ਇਹਦੇ ਬਾਰੇ ਤੁਸੀਂ ਕੀ ਕਰੋਗੇ? 7000 ਦਾ ਟਿੱਪਰ ਕਿੱਥੇ ਮਿਲਦਾ ਸੀ ਜੀ? ਪਹਿਲਾਂ ਨਹੀਂ, ਮੇਰੀ ਗੱਲ ਮੈਨੂੰ ਦਿਖਾ ਦਿਓ, ਤੁਸੀਂ ਕਿਸੇ ਨੇ ਲਿਆ ਹੋਵੇ ਦਿਖਾ ਦਿਓ ਜੀ, ਕੋਈ ਇੱਕ ਵੀ ਦਿਖਾ ਦਿਓ। 7000 ਦਾ ਜੀ ਕਿੱਥੋਂ ਲਿਆ ਸੀ? ਅਸਲੀਅਤ ਜਾਣਿਆ ਜਿਹੜਾ ਅੱਜ ਮੈਂ ਕਿਹਾ 14 ਸਾਰਾ ਮੀਡੀਆ ਸੁਣ ਰਿਹਾ 7000 ਦਾ ਮੈਂ ਕਿਹਾ ਕਿੱਥੋਂ? ਜੀ ਮੀਡੀਆ ਤੇ ਮੈਂ ਤਾਂ ਫੀਲਡ 'ਚ ਜਾਣਾ ਨਹੀਂ 5.5 ਰੁਪਏ ਦੇ ਹਿਸਾਬ ਨਾਲ ਵੀ ਨਹੀਂ 7000 ਬਣਦਾ ਜੀ। ਕਿਉਂ ਜੀ? ਟਿੱਪਰ ਮੈਂ ਹੁਣ 14000 ਦਾ ਮੈਂ ਲਿਆ ਜੀ। ਕਿੱਥੇ ਲਿਆ ਜੀ ਤੁਸੀਂ? ਹੈ ਜੀ ਕਿੱਥੋਂ ਲਿਆ ਜੀ? ਤੁਹਾਡੇ ਰੋਪੜ ਤੋਂ ਕਿੱਥੇ ਤੜਕੇ ਮੰਗਵਾਇਆ? 4 ਵਜੇ ਸੁਣ ਲਓ, ਤੜਕੇ 4 ਵਜੇ ਤੋਂ ਲੈ ਕੇ 2 ਤੋਂ 4 ਵਜੇ ਤੱਕ ਜਿਹੜੇ ਨਜਾਇਜ਼ ਟਿੱਪਰ ਹੈ ਅੱਜ ਤੱਕ ਤੁਸੀਂ ਰੋਕ ਨਹੀਂ ਸਕੇ। ਨਹੀਂ ਅਸੀਂ ਪੂਰੀ ਦੇਖੋ ਜੀ, ਇੱਕ ਮੈਂ ਹੋਰ ਇਹਦੇ 'ਚ ਜਿਹੜੀ ਨਹੀਂ ਬਹੁਤ ਵਧੀਆ ਮੁੱਦਾ ਚੱਕਿਆ ਕਿ ਅੱਧੀ ਰਾਤ ਨੂੰ ਮਾਈਨਿੰਗ ਹੁੰਦੀ ਹੈ, ਕਿਉਂਕਿ ਅਸੀਂ ਰੋਪੜ ਤੇ ਪਠਾਨਕੋਟ 2 ਇਦਾਂ ਦੀਆਂ ਬੈਲਟਾਂ ਨੇ ਜਿੱਥੇ ਵਾਕਈ ਬਹੁਤ ਜ਼ਿਆਦਾ ਜਿਹਨੂੰ ਕਹਿ ਸਕਦੇ ਹਾਂ ਮਾਈਨਿੰਗ ਦੀ ਇਲੀਗਲ ਮਾਈਨਿੰਗ ਦੀ ਕੈਪੀਟਲ ਹੈ। ਉਹਦੇ ਲਈ ਜਿਵੇਂ ਦੱਸ ਰਹੇ ਆ, ਅਸੀਂ ਹੁਣ ਨਿਰਦੇਸ਼ ਦੇ ਦਿੱਤੇ ਆ ਕਿ ਰਾਤ ਨੂੰ ਪੁਲਿਸ ਆਪਣੀਆਂ ਯਾਨੀ ਗੱਡੀਆਂ ਦੇ ਉੱਤੇ ਸਰਚ ਲਾਈਟਾਂ ਲਾ ਕੇ ਕਿਉਂਕਿ ਸਾਡੇ ਕੋਲ ਦੋਨੋਂ ਚੈਲੰਜਸ ਨੇ। ਬਤੌਰ ਮਾਈਨਿੰਗ ਮੰਤਰੀ ਮੇਰੇ ਕੋਲ ਦੋਨੋਂ ਚੈਲੰਜਸ ਨੇ। ਇੱਕ ਚੈਲੰਜ ਇਹ ਹੈ ਕਿ ਮੈਨੂੰ ਇਲੀਗਲ ਮਾਈਨਿੰਗ ਬੰਦ ਕਰਨੀ ਹੈ, ਕਿਉਂਕਿ ਅਸੀਂ ਇਲੀਗਲ ਮਾਈਨਿੰਗ ਬਰਦਾਸ਼ਤ ਨਹੀਂ ਕਰ ਸਕਦੇ। ਦੂਜਾ ਚੈਲੰਜ ਇਹ ਹੈ ਕਿ ਹਾਂ ਲੋਕਾਂ ਨੂੰ ਰੇਤਾ ਬਜਰੀ ਵੀ ਦੇਣਾ। ਟਰਾਂਸਪੋਰਟ ਦਾ ਇੱਕ ਬਹੁਤ ਸਾਰਾ ਵੱਡਾ, ਕਿਉਂਕਿ ਉਹ ਟਿੱਪਰ ਵਾਲੇ ਆ ਕੇ ਉਹ ਆਪਣਾ ਧਰਨਾ ਲਾ ਕੇ ਬਹਿ ਜਾਂਦੇ ਕਿ ਸਾਡਾ ਕੰਮ ਵੀ ਉਹ ਵੀ ਸਹੀ ਹੈ, ਕਿਉਂਕਿ ਇੱਕ ਟਿੱਪਰ ਬਹੁਤ ਮਹਿੰਗਾ ਆ ਗਿਆ ਅੱਜ ਕੱਲ੍ਹ, ਉਹਦੀ 1.5 ਲੱਖ ਰੁਪਇਆ ਕਿਸ਼ਤ ਹੈ। ਉਹ ਆਪਣੀ ਜਗ੍ਹਾ, ਉਹ ਵੀ ਇੱਕ ਰੋਜ਼ਗਾਰ ਦਾ ਸਾਧਨ ਹੈ, ਉਹਨਾਂ ਦਾ ਧਿਆਨ ਵੀ ਰੱਖਣਾ। ਇਲੀਗਲ ਮਾਈਨਿੰਗ ਬਿਲਕੁਲ ਨਹੀਂ ਚੱਲਣ ਦੇਣੀ। ਤੀਜੀ ਗੱਲ ਜਿਹੜੀ ਹੈ ਜੀ, ਆ ਜਿਹੜਾ ਤੁਹਾਨੂੰ ਲੋਕਾਂ ਨੂੰ ਰੇਤਾ ਬਜਰੀ ਸਸਤਾ ਮਿਲਣਾ, ਇਹਦੇ ਲਈ ਜਿੱਥੇ ਵੀ ਜਦੋਂ ਵੀ ਕੋਈ ਵੀ ਖਬਰ ਆਉਂਦੀ ਅਸੀਂ ਓਪਨ ਹੈ। ਦੇਖੋ ਕਿਸੇ ਨਾਲ ਕੋਈ ਭਾਈ ਭਤੀਜਾਵਾਦ ਨਹੀਂ, ਕੋਈ ਕਿਸੇ ਦਾ MLA ਦਾ ਬੰਦਾ ਨਹੀਂ। ਜਦੋਂ ਵੀ ਕਦੀ, ਤੇ ਤੁਹਾਨੂੰ ਹੁਣ ਵੀ ਸਾਡੇ ਤੁਸੀਂ ਸਾਥ ਦਿਓ, ਜਿੱਥੇ ਕਿਤੇ ਵੀ ਇਲੀਗਲ ਮਾਈਨਿੰਗ ਦੀ ਖਬਰ ਮੀਡੀਆ ਨੂੰ ਪਤਾ ਲੱਗਦੀ ਹੈ ਅਸੀਂ ਉਹਦੇ ਤੇ ਫੌਰਨ ਐਕਸ਼ਨ ਲਵਾਂਗੇ ਤੇ ਲਿਆ ਵੀ। ਤੁਸੀਂ ਰੇਟ ਦਾ ਸਜਾਤਾ ਸੀ, ਰੇਟ ਤਾਂ ਜਿਹੜੇ ਤੁਸੀਂ ਦੁਬਾਰੇ ਉੱਥੇ ਤੱਕ ਲੈ ਕੇ ਆਓ, ਜਿਵੇਂ ਸਰਕਾਰ ਵਾਲਾ ਘਟਾਤਾ ਸੀ ਉਹਨਾਂ ਨੇ। ਹਾਂਜੀ, ਤੁਸੀਂ ਕੀ ਕਹਿ ਰਹੇ ਹੋ ਲੋਕਾਂ ਨੂੰ ਰੇਟ ਮਿਲੂਗਾ? ਮੈਂ ਤੁਹਾਨੂੰ ਇਹ ਦੱਸ ਰਿਹਾ ਜੀ, ਦੇਖੋ ਜੇ ਤਾਂ ਤੁਸੀਂ ਰੇਤਾ ਲੈਣਾ, ਮੈਂ ਦੱਸ ਪਿੱਠ ਹੈਡ ਤੋਂ ਲੈਣਾ ਤਾਂ 9 ਰੁਪਏ ਫਿੱਟ ਤੇ ਮਿਲੂਗਾ ਤੁਹਾਨੂੰ। ਉਸ ਤੋਂ ਉਹਦੀ ਟਰਾਂਸਪੋਰਟੇਸ਼ਨ ਕਾਸਟ ਹੈ, ਉਹ ਜਿੱਥੇ ਉਹ ਜਿਵੇਂ ਨਹੀਂ ਕਿ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਖੱਡ ਤੋਂ ਲੈਣਾ ਤੇ ਕਿੱਥੇ ਪਹੁੰਚ ਕਰਨੀ ਹੈ, ਤਾਂ ਸਿੰਪਲ ਉਹ ਟਰਾਂਸਪੋਰਟੇਸ਼ਨ ਕਾਸਟ ਐਡ ਹੋ ਜਾਊਗੀ। ਅਸੀਂ ਇਹਦੇ 'ਚ ਇਹ ਵੀ ਕੀਤਾ ਜੀ, ਅਸੀਂ ਬਜਰੀ ਦਾ ਵੀ MRP ਫਿਕਸ ਕਰਤਾ ਜੋ ਅੱਜ ਤੱਕ ਕਦੀ ਫਿਕਸ ਨਹੀਂ ਹੋਇਆ ਸੀ। ਕ੍ਰਸ਼ਰ ਵਾਲਿਆਂ ਨੂੰ ਕਹਿਤਾ ਕਿ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ 20 ਰੁਪਏ ਤੋਂ ਉੱਤੇ ਬਜਰੀ ਪ੍ਰੋਸੈਸਡ ਮਟੀਰੀਅਲ, ਜਿਹੜਾ ਪ੍ਰੋਸੈਸਡ ਮਟੀਰੀਅਲ ਯੂਜ਼ ਕਰ ਰਹੇ, 2-3 ਤਰ੍ਹਾਂ ਦਾ ਪ੍ਰੋਸੈਸਡ ਮਟੀਰੀਅਲ ਹੁੰਦਾ, 17.5 ਰੁਪਏ ਤੇ 20 ਰੁਪਏ, ਇਸ ਤੋਂ ਬਾਅਦ ਤੁਸੀਂ ਰੇਟ ਨਹੀਂ ਵੇਚ ਸਕਦੇ। ਉਹ ਪ੍ਰੋਸੈਸ ਉਹਦੇ 'ਚ ਉਹਨਾਂ ਦੀ ਸਾਰੀ ਕਾਸਟ ਲਾ ਕੇ, ਤਾਂ ਹੁਣ ਕ੍ਰਸ਼ਰ ਵਾਲਿਆਂ 'ਚ ਵੀ ਕੰਪੀਟੀਸ਼ਨ ਹੋਊਗਾ, ਕੋਈ 20 ਵੇਚੂਗਾ, ਕੋਈ 19, ਕੋਈ 18, ਕੋਈ 16, ਜਿਵੇਂ ਉਹਦੀ ਇਹਦੇ ਨਾਲ, ਤਾਂ ਕਿ ਕੰਪੀਟੀਸ਼ਨ ਆਵੇ, ਹੈਲਦੀ ਕੰਪੀਟੀਸ਼ਨ ਆਵੇ ਤੇ ਲੋਕਾਂ ਨੂੰ ਰੇਟ ਸਸਤਾ ਮਿਲੇ। ਕਿਉਂਕਿ ਇੱਥੇ ਪਿੱਠ ਹੈਡ ਤੋਂ ਤਾਂ ਸਿਰਫ ਰੇਤਾ ਨਿਕਲਦਾ, ਪਰ ਰੇਤਾ ਨਹੀਂ ਯੂਜ਼ ਹੁੰਦਾ, ਬਜਰੀ ਚਾਹੀਦੀ ਹੁੰਦੀ ਹੈ। ਬਜਰੀ ਵੀ ਕਈ ਕਿਸਮਾਂ ਦੀ ਹੈ, ਰੇਤਾ ਕਈ ਕਿਸਮਾਂ ਦਾ, ਉਹ ਸਾਰਾ ਸਮਾਨ ਉਹਦੇ ਲਈ ਕੋਈ ਪਾਲਿਸੀ ਨਹੀਂ ਸੀਗੀ। ਸਰ ਇੱਕ ਬੜਾ ਵੈਲਿਡ ਪੁਆਇੰਟ ਹੈਗਾ, ਕਿਉਂਕਿ ਜੋ ਸਜ਼ਾਵਾਂ ਹੈਗੀਆਂ ਨੇ ਇਸ ਵਿੱਚ ਉਹ ਬਹੁਤ ਘੱਟ ਹੈਗੀਆਂ, ਨੋਟਿਸ ਬਹੁਤ ਕੱਢਣੇ ਪੈਂਦੇ ਡਿਪਾਰਟਮੈਂਟ ਨੂੰ, ਆਰ ਨੋਟਿਸ ਕੱਢਣਾ ਪੈਂਦਾ, ਕਾਫੀ ਨੋਟਿਸ ਤੋਂ ਬਾਅਦ ਵੀ ਕੋਈ ਬਹੁਤ ਜ਼ਿਆਦਾ ਸਖਤ ਸਜ਼ਾਵਾਂ ਨਹੀਂ ਕੀ ਇਹਦੇ ਚ ਅਸੀਂ ਉਹਦੇ ਤੇ ਵੀ ਚੇਂਜਸ ਕਰ ਰਹੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਵੀ ਤੇ ਅਲੋਂਗ ਵਿਦ ਸਜ਼ਾ ਹੈਵੀ ਪੈਨਲਟੀ ਦੀ ਵੀ, ਕਿ ਸਜ਼ਾ ਵੀ ਹੋਵੇ, ਕਿਉਂਕਿ ਸਜ਼ਾ ਦੇ ਨਾਲ ਕਿ ਪਰਚਾ ਹੋ ਜਾਂਦਾ ਜੀ, ਪਰਚੇ ਤੋਂ ਬਾਅਦ ਪਰਚੇ ਦੇ ਵਿੱਚ ਤਾਂ ਡਰਾਈਵਰ ਰਗੜਿਆ ਜਾਂਦਾ ਜੀ, ਪਰ ਜਿਹੜਾ ਮਾਫੀਆ ਉਹ ਬੈਠਾ ਰਹਿੰਦਾ। ਤਾਂ ਇਹਦੇ ਵਿੱਚ ਹੈਵੀ ਉਹਦੀ ਸਾਡੀ ਅਗਲੀ ਜਿਹੜੀ ਇਹੀ ਹੈ ਕੋਸ਼ਿਸ਼ ਕਿ ਇਹਦੇ ਤੇ ਵੀ ਹੋਈ ਹੈ ਤੇ ਕਰ ਰਹੇ ਹਾਂ, ਵਿਭਾਗ ਇਹਦੇ ਤੇ ਲਗਾਤਾਰ ਕੰਮ ਕਰ ਰਿਹਾ। ਕਿਉਂਕਿ ਪਿਛਲੇ ਤੁਹਾਨੂੰ ਮੈਂ ਦੱਸਿਆ ਕਿ ਸਾਨੂੰ ਪਹਿਲਾਂ ਇਹਨੂੰ ਸਮਝਣ ਨੂੰ, ਫਿਰ DSR ਕਰਾਉਣ ਨੂੰ, ਫਿਰ ਆਪਣੀ ਕੁਆਂਟੀਟੀ, ਕਿਉਂਕਿ ਇੱਕਦਮ ਆ ਕੇ ਸਾਨੂੰ ਇਹ ਵੀ ਸੀਗਾ ਕਿ ਅਸੀਂ ਲੋਕਾਂ ਨੂੰ ਡਿਵੈਲਪਮੈਂਟ ਪੰਜਾਬ ਦੇ ਵਿੱਚ ਬਹੁਤ ਸਾਰੀ ਸੜਕਾਂ, ਬਹੁਤ ਸਾਰੇ ਹਸਪਤਾਲ,
ਸਕੂਲ ਕਾਲਜ ਲੋਕਾਂ ਦੇ ਪ੍ਰਾਈਵੇਟ ਘਰ ਬਣ ਰਹੇ ਆ, ਉਹ ਸਾਰਾ ਕੰਮ ਰੁਕ ਜਾਣਾ ਸੀ ਜੇ ਅਸੀਂ ਇੱਕਦਮ ਬੰਦ ਕਰ ਦਿੰਦੇ। ਉਹ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਸੁਧਾਰ, ਕਿਸੇ ਨਾਲ ਕੋਈ ਵੈਰ ਨਹੀਂ, ਪਰ